Audio Jungle. ਅੱਜ ਸੰਗਰੂਰ ਵਿੱਚ ਭਾਜਪਾ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਅਗਰਵਾਲ ਧਰਮਸ਼ਾਲਾ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਉਹ ਕਿਸਾਨ ਹਿਤੈਸ਼ੀ ਹੈ। ਕਾਂਗਰਸ ਤੇ ਵਿਰੋਧੀ ਪਾਰਟੀਆਂ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਨੂੰ ਭੜਕਾ ਰਹੀਆਂ ਹਨ, ਜਿਸ ਕਾਰਨ ਉਹ ਪਾਰਟੀ ਵੱਲੋਂ ਅੱਜ ਕਿਸਾਨਾਂ ਨੂੰ ਇਸ ਦੇ ਲਾਭ ਦੱਸਣ ਆਏ ਹਨ। ਉਹਨਾਂ ਨੇ ਕਿਹਾ ਕਿ ਨਿਰਾ ਝੂਠ ਹੈ ਕਿ ਆਰਡੀਨੈਂਸ ਜਾਰੀ ਹੋਣ ਪਿੱਛੇ ਮੰਡੀਕਰਨ ਬੋਰਡ ਅਤੇ MSP ਖਤਮ ਹੋ ਜਾਵੇਗੀ, ਬਲਕਿ ਇਸ ਕਾਰਨ ਕਿਸਾਨ ਸਿੱਧਾ ਮੰਡੀ ਨਾਲ ਜੁੜ ਜਾਵੇਗਾ ਤੇ ਕਿਸਾਨ ਆਪਣੀ ਜਿੰਸ ਦੂਜੇ ਰਾਜਾਂ ਤੇ ਮੰਡੀਆਂ ਵਿੱਚ ਮਹਿੰਗੇ ਭਾਅ ਤੇ ਵੇਚ ਸਕਣਗੇ। ਕਿਸਾਨ ਮੋਰਚੇ ਦੇ ਦੋਨੋਂ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਾਰੀ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਵੀ ਇੱਥੇ ਕਰੀਮ ਲੀਡਰਸ਼ਿਪ ਬੈਠੀ ਹੈ, ਜਿੰਨੇ ਤੁਸੀਂ ਸਾਰੇ ਪੱਤਰਕਾਰ ਸਾਹਿਬਾਨ ਵੀਰ ਆਏ ਹੋ ਸਾਰੇ ਅਦਾਰਿਆਂ ਤੋਂ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਇਸ਼ੂ ਤੁਹਾਡੇ 'ਚ ਲੈ ਕੇ ਆਏ ਹਾਂ ਉਹ ਇੱਕ ਬੜਾ ਅਹਿਮ ਮਸਲਾ ਹੈ ਕਿਸਾਨੀ ਦੇ ਲਈ, ਕਿਸਾਨਾਂ ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕੀਤੇ ਗਏ ਸੀ। ਉਹਨਾਂ ਆਰਡੀਨੈਂਸਾਂ ਦੇ ਨਾਲ ਕਿਉਂਕਿ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਇੱਕ ਐਕਸਟਰਾ ਪਲੇਟਫਾਰਮ ਮੁਹੱਈਆ ਕਰਵਾਇਆ ਕੇਂਦਰ ਦੀ ਸਰਕਾਰ ਨੇ। ਉਸ ਪਲੇਟਫਾਰਮ ਦੇ ਆਉਣ ਦੇ ਨਾਲ ਪਾਰਟੀ ਦੀ ਸੋਚ ਹੈ, ਹਿੰਦੁਸਤਾਨ ਦੀ ਸਰਕਾਰ ਦੀ ਸੋਚ ਹੈ ਕਿ ਜਿੱਥੇ ਕਿਸਾਨਾਂ ਦੀ ਇਨਕਮ 'ਚ ਵਾਧਾ ਹੋਊਗਾ ਉੱਥੇ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਕਈ ਵਾਰ ਅਸੀਂ ਸੜਕਾਂ 'ਤੇ ਸੁੱਟਣ ਨੂੰ ਮਜਬੂਰ ਹੋ ਜਾਂਦੇ ਹਾਂ, ਉਹਨਾਂ ਫਸਲਾਂ ਦਾ ਜਿਹੜਾ ਇਸ ਤਰ੍ਹਾਂ ਰੁਲਣਾ ਉਹ ਵੀ ਬੰਦ ਹੋਊਗਾ ਇਸ ਆਰਡੀਨੈਂਸ ਦੇ ਆਉਣ ਦੇ ਨਾਲ। ਇਸ ਆਰਡੀਨੈਂਸ ਦੇ ਵਿੱਚ ਪ੍ਰਬੰਧ ਕੀ ਕੀਤੇ ਗਏ ਆ? ਪਹਿਲਾਂ ਇੱਕ ਦੇਸ਼ ਇੱਕ ਮੰਡੀ ਦਾ ਅਧਿਆਦੇਸ਼ ਲਿਆਂਦਾ, ਆਰਡੀਨੈਂਸ ਲਿਆਂਦਾ। ਸਾਡੇ ਕਿਸਾਨ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾ ਕੇ ਫਸਲ ਨਹੀਂ ਸੀ ਵੇਚ ਸਕਦੇ, ਵਪਾਰੀ ਉਸ ਫਸਲ ਨੂੰ ਕਿਤੇ ਵੀ ਲੈ ਕੇ ਜਾ ਸਕਦਾ ਸੀ। ਪਰ ਹੁਣ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਕਿ ਇੱਕ ਦੇਸ਼ ਇੱਕ ਮੰਡੀ ਦੇ ਵਿੱਚ ਕਿਸਾਨ ਆਪਣੀ ਉਪਜ ਨੂੰ ਕਿਤੇ ਵੀ ਜਾ ਕੇ ਵੇਚ ਸਕਦਾ। ਕਿਸਾਨ ਦੇ ਫਸਲ ਜਿਹੜੀ ਖੇਤ ਦੇ ਵਿੱਚ ਜੋ ਉਹਦੇ ਨਾਲ ਐਗਰੀਮੈਂਟ ਕੋਈ ਵਪਾਰੀ ਕਰਦਾ ਹੈ ਜਾਂ ਕੋਈ ਹੋਟਲ ਚੇਨ ਵਾਲੇ ਕਰਦੇ ਆ ਜਾਂ ਕੋਈ ਵੀ ਉਸ ਨੂੰ ਖੇਤ ਦੇ ਵਿੱਚ ਜੋ ਉਸ ਦੇ ਨਾਲ ਐਗਰੀਮੈਂਟ ਕਰੂਗਾ ਉਹ ਫਸਲ ਨੂੰ ਕਿਤੇ ਵੀ ਲੈ ਕੇ ਜਾ ਸਕਦਾ, ਉਸ 'ਤੇ ਕੋਈ ਰੋਕ ਟੋਕ ਨਹੀਂ ਹੋਊਗੀ। ਇਹਦੇ ਨਾਲ ਜਿੱਥੇ ਜਿਹੜੇ ਕਿਉਂਕਿ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਫਸਲਾਂ ਹੁੰਦੀਆਂ, ਜਿਹੜੇ ਸੂਬਿਆਂ ਦੇ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਉੱਥੇ ਉਦੋਂ ਜਦੋਂ ਫਸਲ ਆਉਂਦੀ ਹੈ ਰੇਟ ਘੱਟ ਮਿਲਦਾ ਤੇ ਉਸ ਤੋਂ ਬਾਅਦ ਦੂਜੇ ਸੂਬਿਆਂ ਦੇ ਵਿੱਚ ਉਹਨਾਂ ਫਸਲਾਂ ਦਾ ਰੇਟ ਜ਼ਿਆਦਾ ਹੁੰਦਾ। ਸੋ ਇਹਦੇ ਨਾਲ ਜਿੱਥੇ ਕਿਸਾਨ ਦੀ ਇਨਕਮ ਵਧੂਗੀ, ਕਿਸਾਨ ਦੀ ਜਿਹੜੀ ਫਸਲ ਹੈ ਉਹ ਵੀ ਰੋਲਣਾ ਘਟੂਗਾ। ਇਸ ਦੇ ਨਾਲ ਹੀ ਇੱਕ ਮਾਡਲ ਕੰਟਰੈਕਟ ਫਾਰਮਿੰਗ ਐਕਟ ਲਿਆਂਦਾ ਗਿਆ ਸੀਗਾ। ਮਾਡਲ ਕੰਟਰੈਕਟ ਫਾਰਮਿੰਗ ਇਹਦੇ 'ਚ ਕੀ ਹੈ ਕਿ ਕੋਈ ਵੀ ਵਪਾਰੀ ਜਿਸ ਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਕੋਈ ਹੋਟਲ ਚੇਨ ਵਾਲੇ ਜਾਂ ਕੋਈ ਵੱਡੇ ਜਿਹੜੇ ਘਰਾਣੇ ਆ ਉਹਨਾਂ ਨੂੰ ਜੇ ਕੋਈ ਚੀਜ਼ ਚਾਹੀਦੀ ਆ, ਆਲੂ ਚਾਹੀਦਾ, ਮੱਕੀ ਚਾਹੀਦੀ ਆ, ਸੂਰਜਮੁਖੀ ਦੀ ਫਸਲ ਉਹਨਾਂ ਨੂੰ ਲੋੜ ਹੈ, ਉਹ ਕਿਸਾਨ ਨਾਲ ਫਸਲ ਬੀਜਣ ਤੋਂ ਪਹਿਲਾਂ ਉਹਨਾਂ ਦਾ ਐਗਰੀਮੈਂਟ ਹੋਊਗਾ ਕਿ ਸਾਨੂੰ ਇਹ ਆਲੂ ਇਸ ਕੈਟਾਗਰੀ ਦਾ ਉਹਦੀ ਗ੍ਰੇਡੇਸ਼ਨ ਇਹ ਚਾਹੀਦੀ ਹੈ, ਇਸ 'ਤੇ ਅਸੀਂ ਤੁਹਾਡੇ ਨਾਲ ਇੰਨੇ ਰੇਟ ਨੂੰ ਖਰੀਦਾਂਗੇ। ਕਹਿਣ ਤੋਂ ਭਾਵ ਹੈ ਕਿ ਕਿਸਾਨ ਨੂੰ ਫਸਲ ਬੀਜਣ ਤੋਂ ਪਹਿਲਾਂ ਉਹਦੀ ਫਸਲ ਦਾ ਜਿਹੜਾ ਮੁੱਲ ਹੈ ਉਹ ਪਤਾ ਹੋਊਗਾ, ਕਿਉਂਕਿ ਝੋਨੇ ਤੇ ਕਣਕ ਦੀ ਫਸਲ ਜਿਹੜੀ ਹੈ ਇਸ ਨੂੰ ਛੱਡ ਕੇ ਬਾਕੀ ਫਸਲਾਂ ਜਿਨ੍ਹਾਂ ਦਾ MSP ਤੈਅ ਵੀ ਹੈ ਪਰ ਉਹ MSP 'ਤੇ ਵਿਕਦੀਆਂ ਨਹੀਂ ਹੈਗੀਆਂ, ਉਸ ਗੱਲ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਨੇ ਇਹ ਕਾਨੂੰਨ ਤਾਂ ਤੋਂ ਇਹਦੇ ਨਾਲ ਜਿਹੜਾ ਇਹਦੇ 'ਚ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੈ, ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਜਿਹੜੀ ਮੰਡੀਕਰਨ ਦੇ ਅੰਦਰ ਖਰੀਦ ਹੋਊਗੀ ਉਹ ਮੰਡੀਕਰਨ ਦੇ ਥਰੂ ਸਟੇਟ ਗਵਰਨਮੈਂਟ ਨੂੰ ਉਹਦੀ ਹੋਊਗੀ, ਜਿਹੜੀ ਖੇਤ ਦੇ ਵਿੱਚ ਫਸਲ ਖਰੀਦੀ ਜਾਊਗੀ ਮੰਡੀ ਤੋਂ ਬਾਹਰ ਜਿਹੜਾ ਫਸਲ ਖਰੀਦੀ ਜਾਊਗੀ ਉਹ ਮੰਡੀਕਰਨ ਬੋਰਡ ਦੇ ਅੰਦਰ ਨਹੀਂ ਆਊਗੀ, ਪਲੱਸ ਉਹਦੇ 'ਤੇ ਕੋਈ ਟੈਕਸ ਨਹੀਂ ਲੱਗੂਗਾ, ਉਹ ਟੈਕਸ ਫ੍ਰੀ ਵੀ ਹੋਊਗੀ, ਉਹਦੇ 'ਤੇ ਕੋਈ ਟੈਕਸ ਨਹੀਂ, ਜਿਸ ਤਰ੍ਹਾਂ ਮੰਡੀਕਰਨ ਬੋਰਡ ਦਾ ਜਾਂ ਹੋਰ ਕੋਈ ਟੈਕਸ ਉਹਦੇ 'ਤੇ ਨਹੀਂ ਲੱਗੂਗਾ। ਇਹੀ ਗੱਲ ਦੀ ਸਮੱਸਿਆ ਹੈ। ਇਹ ਬੜਾ ਅੱਛਾ ਤੁਸੀਂ ਪ੍ਰਸ਼ਨ ਕੀਤਾ। ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਮੰਡੀਕਰਨ ਬੋਰਡ ਦੀ ਇਨਕਮ ਘਟੂਗੀ। ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਕਿਸਾਨ ਵੀ ਤੁਹਾਡੇ ਥਰੂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣ ਲਿਓ ਕਿ ਜਿਹੜੀ ਕਣਕ ਤੇ ਝੋਨਾ ਹੈ ਉਹ ਕਿਸੇ ਵਪਾਰੀ ਨੇ ਨਹੀਂ ਖਰੀਦਣੀ, ਉਹ ਸਾਡੀਆਂ ਏਜੰਸੀਜ਼ ਨੂੰ ਹੀ ਖਰੀਦਣੀ ਪੈਣੀ, ਕਿਉਂਕਿ ਵਪਾਰੀ ਨੇ ਜੇ ਕਣਕ ਖਰੀਦਣੀ ਹੋਊ ਤੇ ਉਹਨੂੰ 14-1500 ਨੂੰ ਬਾਹਰੋਂ ਐਕਸਪੋਰਟ ਹੋ ਜਾਣੀ ਹੈ।
ਇੱਕ ਵਪਾਰੀ 1400 ਜਾਂ 1500 ਦੀ ਜਿਹੜੀ ਕਣਕ ਉਹਨੂੰ ਮਿਲ ਰਹੀ ਹੈ ਉਹ 2000 'ਚ ਕਿਉਂ ਖਰੀਦੂਗਾ। ਤੇ ਇਸੇ ਤਰ੍ਹਾਂ ਝੋਨੇ ਦੀ ਗੱਲ ਕਰ ਲਓ, ਝੋਨਾ ਜਿਹੜਾ ਸਾਡੀਆਂ ਏਜੰਸੀਜ਼ ਨੂੰ ਖਰੀਦਣਾ ਪੈਣਾ, ਕਣਕ ਵੀ ਸਾਡੀ ਏਜੰਸੀ ਨੂੰ ਖਰੀਦਣੀ ਪੈਣੀ। ਤੇ ਅੱਜ ਜਿਹੜਾ ਮੰਡੀਕਰਨ ਦੇ ਵਿੱਚ ਜੋ ਸਾਡੇ ਪੰਜਾਬ ਦੇ ਵਿੱਚ ਮੰਡੀਕਰਨ ਚੱਲ ਰਿਹਾ ਹੈ, ਉਹ ਮੰਡੀਕਰਨ ਦੀ ਜਿਹੜੀ ਮੇਨ ਇਨਕਮ ਹੈ ਝੋਨੇ ਤੇ ਜਿਹੜੀ ਹੈਗੀ ਕਣਕ ਹੈ ਉੱਥੋਂ ਹੀ ਹੈ। ਇਸ ਕਰਕੇ ਸਾਨੂੰ ਨਹੀਂ ਲੱਗਦਾ ਕਿ ਮੰਡੀਕਰਨ ਬੋਰਡ ਦੀ ਕਿਤੇ ਕੋਈ ਇਨਕਮ ਘਟੂਗੀ। ਹਾਂ, ਇਹਨੂੰ ਆਪਾਂ ਗਮਰਾਹ ਕਰਨ, ਪ੍ਰਚਾਰ ਕਰਨ ਦੇ ਲਈ ਕਿਸੇ ਵੀ ਢੰਗ ਨਾਲ ਪਾਰਟੀਆਂ ਕਹਿ ਸਕਦੀਆਂ, ਪਰ ਮੰਡੀਕਰਨ ਬੋਰਡ ਵੀ ਉਸੇ ਤਰ੍ਹਾਂ ਚੱਲਦਾ ਰਹੂਗਾ ਔਰ ਉਹਦੀ ਇਨਕਮ ਵੀ ਪ੍ਰੋਪਰ ਉਸੇ ਤਰ੍ਹਾਂ ਰਹੂਗੀ। ਇਹ ਆਰਡੀਨੈਂਸ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ, ਪਰ ਮੈਂ ਤੁਹਾਨੂੰ ਉਹਦਾ ਜਿਹੜਾ ਲੌਜਿਕ ਨਾਲ ਆਨਸਰ ਦੇ ਰਿਹਾ। ਵਪਾਰੀ, ਜੇ ਕਿਸਾਨ ਨੂੰ ਵਪਾਰੀ 2100 ਰੁਪਈਆ ਦੇ ਕੇ ਕਣਕ ਖਰੀਦੂਗਾ, ਉਹਦੇ 'ਚ ਕਿਸਾਨ ਦਾ ਜੇ ਫਾਇਦਾ ਹੋ ਰਿਹਾ, ਉਸ ਗੱਲ ਨੂੰ ਅਸੀਂ ਰੋਕ ਨਹੀਂ ਪਾਵਾਂਗੇ। ਪਰ ਲੌਜਿਕ ਇਹ ਹੈ ਕਿ ਵਪਾਰੀ ਨੂੰ ਜਦੋਂ ਕਣਕ 1500 ਨੂੰ 1400 ਨੂੰ ਬਾਹਰੋਂ ਮਿਲ ਰਹੀ ਹੈ, ਵਪਾਰੀ ਤੇ ਕੋਈ ਰੋਕ ਤਾਂ ਹੈ ਨਹੀਂ ਗੀ, ਵਪਾਰੀ ਬਾਹਰੋਂ ਵੀ ਐਕਸਪੋਰਟ ਕਰ ਸਕਦਾ, ਤੇ ਉਹ ਕਣਕ ਕਿਸਾਨ ਦੀ ਕਣਕ ਕਿਉਂ ਖਰੀਦੂਗਾ 2000 ਰੁਪਏ ਨੂੰ। ਇਹ ਗੱਲ ਸਾਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ। ਇਸੇ ਗੱਲ ਕਰਕੇ ਅਸੀਂ ਕਹਿੰਦੇ ਹਾਂ ਕਿ ਮੰਡੀਕਰਨ ਸਿਸਟਮ ਨੂੰ ਕਿਤੇ ਕੋਈ ਇਹਦੇ ਨਾਲ ਫਰਕ ਨਹੀਂ ਪੈਣਾ ਹੈ। ਇਹਦੇ ਤੇ ਵੀ ਤੁਹਾਡੀ ਮੈਂ ਗੱਲ ਕਲੀਅਰ ਕਰ ਰਿਹਾ। ਹਰਿਆਣੇ ਦੇ ਵਿੱਚ ਜਾ ਕੇ ਦੇਖੋ, ਜਿਹੜੇ ਅੱਜ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਉਹ ਸਿਸਟਮ ਲਾਗੂ ਹੋਊਗਾ ਕਿ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ 'ਚ ਫਸਲਾਂ ਦੇ ਰੇਟ ਹੈ ਜਿਹੜੇ ਪੂਰੇ ਮਿਲ ਰਹੇ ਸੀ, ਤੇ ਸਾਡੇ ਪੰਜਾਬ ਜਾਂ ਰਾਜਸਥਾਨ ਦੀਆਂ ਜਿਹੜੀਆਂ ਸਰਹੱਦਾਂ ਨਾਲ ਲੱਗਦੀਆਂ ਸੀ, ਉੱਥੋਂ ਦੇ ਕਿਸਾਨਾਂ ਨੇ ਜਾ ਕੇ ਆਪਣੀ ਫਸਲ ਉੱਥੇ ਵੇਚਣੀ ਸ਼ੁਰੂ ਕਰਤੀ ਸੀ, ਜਿਹਦੇ ਨਾਲ ਉੱਥੋਂ ਦੀ ਸਰਕਾਰ ਨੂੰ ਰੈਵਨਿਊ 'ਚ ਪ੍ਰੋਬਲਮ ਆਉਣ ਲੱਗ ਪਈ ਸੀ। ਤੇ ਉਹਨਾਂ ਨੇ ਇੱਕ ਉੱਥੇ ਪੋਰਟਲ ਲਾਗੂ ਕੀਤਾ, ਜਿਹੜਾ ਹੋਰ ਵੀ ਕਈ ਸੂਬਿਆਂ ਦੇ ਵਿੱਚ ਮੇਰਾ ਖੇਤ ਮੇਰੀ ਫਸਲ, ਕਿ ਮੇਰੇ ਕੋਲ 10 ਕਿੱਲੇ ਫਸਲ ਜ਼ਮੀਨ ਹੈ ਤੇ ਮੈਂ ਉਹਦੇ 'ਚੋਂ 5 ਕਿੱਲੇ ਝੋਨਾ ਲਾਇਆ ਜਾਂ 2 ਕਿੱਲੇ ਕਮਾਦ ਲਾਇਆ, ਸਰਕਾਰ ਕੋਲ ਰਜਿਸਟਰਡ ਕਰਾਉਣਾ ਪੈਂਦਾ ਆਪਣੇ ਆਪ ਨੂੰ ਕਿ ਮੇਰਾ 5 ਕਿੱਲੇ ਝੋਨਾ ਹੈ। ਸਰਕਾਰ ਉਹਦੀ ਐਵਰੇਜ ਕੱਢ ਲੈਂਦੀ ਹੈ ਕਿ ਇਸ ਭਾਈ ਸਾਹਿਬ ਦਾ ਇੰਨਾ ਝੋਨਾ ਹੈ। ਉਹ ਸਾਰੇ ਕਿਸਾਨ ਉਹਦੇ ਨਾਲ ਉਹੀ ਜਿਹੜੇ ਝੋਨਾ ਜਾਂ ਜਿਹੜੀਆਂ ਫਸਲਾਂ ਮੰਡੀ ਦੇ ਵਿੱਚ ਜਾ ਕੇ ਵਿਕਦੀਆਂ, ਤੇ ਇਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਵੀ ਉਹ ਸਿਸਟਮ ਲਾਗੂ ਹੋਊਗਾ, ਤਾਂ ਜੋ ਬਾਹਰੋਂ ਕਿਤੋਂ ਲਿਆ ਕੇ ਕੋਈ ਫਸਲ ਇੱਕ ਦੂਜੀ ਸਟੇਟ 'ਚ ਜਿਹੜਾ ਵਪਾਰੀ ਹੈ ਉਹ ਨਾ ਵੇਚ ਸਕੇ, ਸਿਰਫ ਕਿਸਾਨ ਦੀ ਫਸਲ ਮੰਡੀ 'ਚ ਆਊਗੀ। ਇਹ ਬੜੀ ਸਫਲਤਾ ਦੇ ਨਾਲ ਹਰਿਆਣੇ 'ਚ ਸਿਸਟਮ ਚੱਲ ਰਿਹਾ, ਮੇਰਾ ਖੇਤ ਮੇਰੀ ਫਸਲ। ਸੰਗਰੂਰ ਤੋਂ ਵੌਇਸ ਆਫ ਟਰੁੱਥ ਲਈ ਰਾਜਵਿੰਦਰ ਸਿੰਘ ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਜੀ, ਸੰਗਰੂਰ 2 ਦੇ ਪ੍ਰਧਾਨ ਰਿਸ਼ੀਪਾਲ ਜੀ, ਮੇਰੇ ਨਾਲ ਸਾਡੇ ਪੰਜਾਬ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਜਿਨ੍ਹਾਂ ਦੀ ਪਾਰਟੀ ਵੱਲੋਂ ਅੱਜ ਹਰ ਤਾਜ਼ਾ ਜਾਣਕਾਰੀ ਤੇ ਅਪਡੇਟਸ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਵੌਇਸ ਆਫ ਟਰੁੱਥ ਐਂਡ ਫੇਸਬੁੱਕ ਪੇਜ।